Hello everyone. So today we are going to discuss Unit 2, that is classification and models of entrepreneur. That means ਆਪਾਂ ਦੇਖਾਂਗੇ ਕਿੰਨੀ ਤਰ੍ਹਾਂ ਦੇ entrepreneurs ਹੁੰਦੇ ਆ ਤੇ ਉਹਨਾਂ ਦੇ ਆਪਾਂ models ਵੀ ਪੜਾਂਗੇ. So first comes types of entrepreneurs. different basis ਉੱਪਰ ਸਾਡੀ classification ਹੈ entrepreneurs ਦੀ. ਪਹਿਲੀ classification ਆਂਦੀ ਹੈ classification on the basis of ownership. ठीक है, ownership ਦੇ ਅਕੋਰਡਿੰਗ ਕਿ ਕੌਣ ਇਹਦਾ ਓਨਰ ਹੈ ਉਸ ਅਕੋਰਡਿੰਗ ਆਪਾਂ ਕਲਾਸੀਫਿਕੇਸ਼ਨ ਕੀਤੀ ਹੈ. ਇਹਦੇ ਵਿੱਚ ਫਰਸਟ ਕੈਟੇਗਰੀ ਹੈ ਫਾਊਂਡਰਸ ਔਰ ਪਿਓਰ ਐਂਟਰਪ੍ਰੈਨਿਓਰਸ. ਠੀਕ ਹੈ, ਸੋ ਇਹ ਹੁੰਦੇ ਕੌਣ ਹੈ? ਐਜ਼ ਅ ਟਰਮ ਸੁਜੈਸਟ ਦੇ ਆਰ ਦੋਜ਼ ਇੰਡੀਵਿਜੂਅਲਸ ਹੂ ਆਰ ਦੀ ਫਾਊਂਡਰਸ ਆਫ ਦੀ ਬਿਜ਼ਨਸ. ਠੀਕ ਹੈ, ਉਹ ਐਂਟਰਪ੍ਰੈਨਿਓਰਸ ਹੁੰਦੇ ਨੇ ਜਿਨ੍ਹਾਂ ਨੇ ਬਿਜ਼ਨਸ ਇਸਟੈਬਲਿਸ਼ ਕੀਤਾ ਹੁੰਦਾ, ਜੋ ਕਿ ਖੁਦ ਉਹਦੇ ਓਨਰ ਨੇ, ਖੁਦ ਉਹਦੇ ਫਾਊਂਡਰਸ ਨੇ. They are the ones who conceptualize a business plan and then put into efforts to make the plan a success. That means ਉਹ ਸੋਚਦੇ ਇੱਕ ਪੂਰਾ ਕਨਸੈਪਟ ਤਿਆਰ ਕਰਦੇ ਆ, ਇੱਕ ਬਿਜ਼ਨਸ ਪਲਾਨ ਤਿਆਰ ਕਰਦੇ ਆ ਤੇ ਉਹਨੂੰ ਕਿਵੇਂ ਸਕਸੈਸਫੁਲ ਬਣਾਉਣਾ ਉਹ ਸਾਰਾ ਕੁਝ ਪਲਾਨ ਆਊਟ ਕਰਦੇ ਆ. ਠੀਕ ਹੈ, ਐਗਜ਼ਾਮਪਲ ਹੈ ਧੀਰੂਭਾਈ ਅੰਬਾਨੀ ਹੋ ਗਿਆ ਆਫ ਦੀ ਰਿਲਾਇੰਸ group. Second comes second generation operators of family owned businesses. So they are the individuals who have inherited the business from their fathers and forefathers. That means second generation. That means ਪੁਸ਼ਤੈਨੀ ਆਪਾਂ ਕਹਿੰਦੇ ਆ ਬਿਜ਼ਨਸ, ਜਿਵੇਂ ਦਾਦੇ ਪੜਦਾਦੇ ਨੇ ਕੀਤਾ ਫਿਰ ਅੱਗੇ ਆਪਾਂ ਉਹਨਾਂ ਨੂੰ ਦੇਤਾ. ਦੈਟ ਮੀਨਸ ਆਪਣੇ ਫਾਦਰਸ ਜਾਂ ਆਪਣੇ ਦਾਦੇ ਪੜਦਾਦੇ ਆਪਾਂ ਜੋ ਬਿਜ਼ਨਸ ਲੈਂਦੇ ਆ ਉਹਨੂੰ ਹੁੰਦਾ ਸੈਕਿੰਡ ਜਨਰੇਸ਼ਨ ਆਪਰੇਟਰਸ. ਠੀਕ ਹੈ, ਸੋ ਆਪਾਂ ਉਹਨਾਂ ਤੋਂ ਇਨਹੈਰਿਟ ਕੀਤਾ, ਜਿਵੇਂ ਲਾਈਕ ਮੁਕੇਸ਼ ਅੰਬਾਨੀ ਐਂਡ ਅਨਿਲ ਅੰਬਾਨੀ, ਸਨਸ ਆਫ ਧੀਰੂਭਾਈ ਅੰਬਾਨੀ ਆਫ ਰਿਲਾਇੰਸ ਗਰੁੱਪਸ, ਨਾਓ ਸਪਲਿਟ ਇਨਟੂ ਟੂ, ਰਿਲਾਇੰਸ ਇੰਡਸਟਰੀਜ਼ ਲਿਮਿਟਿਡ ਐਂਡ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ. ਦੈਟ ਮੀਨਸ ਇਹ ਦੋ ਦੋਨੋਂ ਬ੍ਰਦਰਸ ਨੇ, ਮੁਕੇਸ਼ ਅੰਬਾਨੀ ਤੇ ਅਨਿਲ ਅੰਬਾਨੀ. ਦੈਟ ਮੀਨਸ ਉਹਨਾਂ ਨੇ ਧੀਰੂਭਾਈ ਅੰਬਾਨੀ ਤੋਂ ਉਹਨਾਂ ਦਾ ਬਿਜ਼ਨਸ ਇਨਹੈਰਿਟ ਕੀਤਾ ਹੈ. ਦੈਟ ਮੀਨਸ ਇਹ ਹੋ ਗਿਆ ਤੁਹਾਡਾ ਸੈਕਿੰਡ ਜਨਰੇਸ਼ਨ ਆਪਰੇਟਰਸ. ਠੀਕ ਹੈ, ਪਿਓਰ ਐਂਟਰਪ੍ਰੈਨਿਓਰਸ ਉਹ ਸੀ ਕਿ ਜਿਨ੍ਹਾਂ ਨੇ ਖੁਦ ਬਿਜ਼ਨਸ ਬਣਾਇਆ ਹੈ, ਐਸਟੈਬਲਿਸ਼ ਕੀਤਾ ਹੈ, ਜੋ ਖੁਦ ਉਹਦੇ ਓਨਰ ਨੇ, ਜਿਵੇਂ ਧੀਰੂਭਾਈ ਅੰਬਾਨੀ. ਹੁਣ ਧੀਰੂਭਾਈ ਅੰਬਾਨੀ ਦਾ ਬਿਜ਼ਨਸ ਕਿੰਨੇ ਇਨਹੈਰਿਟ ਕੀਤਾ? ਮੁਕੇਸ਼ ਐਂਡ ਅਨਿਲ ਅੰਬਾਨੀ. ਦੈਟ ਇਜ਼ ਯੋਰ ਸੈਕਿੰਡ ਜਨਰੇਸ਼ਨ ਆਪਰੇਟਰਸ. Third comes franchisee. So franchisee has been derived from a French word which means free. ठीक है, जो ਹੁੰਦਾ ਕੀ ਹੈ? It is a method of doing business wherein the parent, ठीक है, जो business जो person owner है ਜਿਹਨੂੰ ਆਪਾਂ franchisor ਕਹਿੰਦੇ ਆ, licenses his trademarks and tried and proven methods of doing business to a franchisee in exchange for a recurring payment. That means ਇਹਦੇ ਵਿੱਚ ਹੁੰਦਾ ਕੀ ਹੈ? ਜੋ franchisor ਹੈ, ਜੋ owner ਹੈ, ਉਹ ਕੀ ਕਰਦਾ ਹੈ? ਆਪਣਾ ਬਿਜ਼ਨਸ ਇੱਕ ਪਰਸਨ ਨੂੰ ਦੇ ਦਿੰਦਾ ਹੈ. ਠੀਕ ਹੈ, ਜੋ ਪਰਸਨ ਹੈ ਆਪਣੀ ਜਿਹਨੂੰ ਆਪਣੇ ਟ੍ਰੇਡਮਾਰਕਸ ਉਹਨੇ ਦਿੱਤੇ ਹੈ, ਠੀਕ ਹੈ, ਉਹ ਪਰਸਨ ਕੀ ਕਰੇਗਾ? ਅੱਗੇ ਉਹਨੂੰ ਪੇਮੈਂਟ ਕਰਨ ਤੋਂ ਬਾਅਦ ਉਹਦਾ ਬਿਜ਼ਨਸ ਚਲਾਉਂਦਾ ਹੈ. ਠੀਕ ਹੈ, ਸੋ ਦੈਟ ਇਜ਼ ਯੋਰ ਫਰੈਂਚਾਈਜ਼ੀ. ਦੀ ਬੈਸਟ ਐਗਜ਼ਾਮਪਲ ਕੀ ਹੋ ਸਕਦੀ ਹੈ ਤੁਹਾਡੀ? ਮੈਕਡੀ, ਜੋ ਮੈਕਡੋਨਲਡਸ ਨੇ, ਜਿਵੇਂ ਠੀਕ ਹੈ ਕਿਸੇ ਨੂੰ ਆਪਾਂ ਅੱਗੇ ਆਪਣਾ ਲਾਇਸੈਂਸ ਦੇ ਰਹੇ ਹਾਂ, ਉਹ ਅੱਗੇ ਉਹ ਬਿਜ਼ਨਸ ਤੁਹਾਡਾ ਚਲਾਉਂਦੇ ਹੈ. ਦੈਟ ਇਜ਼ ਯੋਰ ਫਰੈਂਚਾਈਜ਼ੀਸ. ਨੈਕਸਟ ਆ ਗਿਆ ਤੁਹਾਡਾ ਓਨਰ ਮੈਨੇਜਰਸ. ਵੈਨ ਅ ਪਰਸਨ buys a business from a founder and then invests his time and resources in it, he is called the owner manager. मैं किसी को बिजनेस लिया, ਉਹਦੇ ਉੱਪਰ ਹੁਣ ਆਪਣੀ ਮੈਂ ਇਨਵੈਸਟਮੈਂਟ ਕਰ ਲਈ, ਆਪਣਾ ਮੈਂ ਟਾਈਮ ਲਗਾ ਰਹੀ ਹਾਂ, ਆਪਣੇ ਰਿਸੋਰਸਿਸ ਲਗਾ ਰਹੀ ਹਾਂ, ਆਪਣੇ ਐਫਰਟਸ ਲਗਾ ਰਹੀ ਹਾਂ ਉਹ ਬਿਜ਼ਨਸ ਚਲਾਉਣ ਵਾਸਤੇ. ਦੈਟ ਇਜ਼ ਯੋਰ ਓਨਰ ਮੈਨੇਜਰਸ. ਠੀਕ ਹੈ, ਐਗਜ਼ਾਮਪਲ ਜਿਵੇਂ ਸਬੀਰ ਭਾਟੀਆ ਇਜ਼ ਦ ਫਾਊਂਡਰ ਐਂਟਰਪ੍ਰਾਈਜ਼ ਆਫ ਹੌਟਮੇਲ, whereas Microsoft's Bill Gates became its owner manager after buying it for $400 million. That means what example के ਵਿੱਚ ਜੋ ਸਬੀਰ ਭਾਟੀਆ ਸੀਗੇ ਉਹ ਜੋ ਹੌਟਮੇਲ ਦਾ ਓਨਰ ਸੀ. ਠੀਕ ਹੈ, whereas Microsoft's Bill Gates ਨੇ ਕੀ ਕੀਤਾ? he became the owner manager after ਉਹਨੇ ਕੀ ਕੀਤਾ? $400 ਮਿਲੀਅਨ ਦਾ ਬਿਜ਼ਨਸ ਪਰਚੇਸ ਕਰ. that is your owner manager. ਨੈਕਸਟ ਆਉਂਦੀ ਤੁਹਾਡੀ ਇਹ ਕਲਾਸੀਫਿਕੇਸ਼ਨ ਸੀ ਆਪਾਂ ਜੋ ਪਹਿਲਾਂ ਡਿਸਕਸ ਕੀਤੀ, ਇਟ ਵਾਜ਼ ਔਨ ਦ ਬੇਸਿਸ ਆਫ ਓਨਰਸ਼ਿਪ. ਦੂਸਰੀ ਆਉਂਦੀ ਹੈ ਔਨ ਦ ਬੇਸਿਸ ਆਫ ਪਰਸਨੈਲਿਟੀ ਟ੍ਰੇਟਸ. ट्रेड्स मीन्स योर क्वालिटीज़ एंड देयर स्टाइल ऑफ रनिंग बिजनेस. ठीक है, दूसरी क्लासिफिकेशन है कि वो पर्सन की क्वालिटीज़ है, की ट्रेड्स ने ते उन्होंने बिजनेस किवें चलाना. दैट इज़ योर सेकेंड क्लासिफिकेशन. ਉਹਦੇ ਵਿੱਚ ਆਉਂਦਾ ਹੈ ਪਹਿਲਾ द अचीवर. सो दीज टाइप्स ऑफ एंटरप्रेन्योर्स हैव पर्सनल डिज़ायर्स टू एक्सेल. The only drive that pushes them is the desire to achieve something in life, the desire to make a mark in society, the desire to prove their excellence. ठीक है, जो पर्सन कह रहे कि मैं कुछ अचीव करना लाइफ विच, तो उन्हें ये चीज़
प्रूव करनी है कि हाँ मैं अपने डिज़ायर्स ने कि मैं अपनी लाइफ में एक्सेल करना है, सक्सीड होना है, ठीक है, मैं गुडविल एक रेपूटेशन अपनी बनानी है, ठीक है। सो वो अपने आप ਨੂੰ कुछ लाइफ 'ਚ अचीव करना चाहते हैं, अपनी सोसाइटी में एक इमेज बिल्डअप करना चाहते हैं, अपने आप ਨੂੰ प्रूव करना चाहते हैं, अपनी एक्सलेंस ਨੂੰ प्रूव करना चाहते हैं, दैट इज़ द अचीवर। नेक्स्ट आ गया द इंड्यूस्ड एंटरप्रेन्योर। सो दीज टाइप्स ऑफ एंटरप्रेन्योर्स आर इंड्यूस्ड बाय सम एक्सटर्नल फैक्टर्स टू स्टार्ट अ बिजनेस, ठीक है। बाहर ਦੀ सोसाइटी ਵਿੱਚ ਸਾਨੂੰ ਇੱਦਾਂ ਦੇ ਫੈਕਟਰਸ ਮਿਲ ਰਹੇ ਜੋ ਸਾਨੂੰ ਇੱਕ impulse ਦੇ ਇੱਕ force ਕਰ ਰਿਹਾ ਕਿ ਆਪਾਂ ਇਹ business start ਕਰੀਏ। So these types of entrepreneurs are induced by some external factors to start a business. The external factors could be like supporting government policies ਹੋ ਗਈਆਂ, ਮਤਲਬ ਅੱਛੀ ਤਰ੍ਹਾਂ policies ਸਾਨੂੰ government ਦੀਆਂ ਹੋਈਆਂ ਕਿ ਅਸੀਂ ਕੁਛ benefits ਦੇ ਰਹੇ ਹਾਂ businessman ਨੂੰ, ਜਾਂ ਬਹੁਤ unemployment ਆਪਾਂ ਕਿਆ ਸਾਨੂੰ ਜੌਬ ਨਹੀਂ ਮਿਲ ਰਹੀ, ਆਪਾਂ ਹੁਣ ਆਪਣਾ ਹੀ ਬਿਜ਼ਨਸ ਸਟਾਰਟ ਕਰ ਲੈਂਦੇ ਹਾਂ, ਜਾਂ ਫੈਮਿਲੀ ਸਪੋਰਟ ਮਿਲ ਰਹੀ ਹੈ, ਜਾਂ ਕੋਈ ਤੁਹਾਡਾ ਇਨਹੈਰਿਟ ਹੋ ਗਿਆ, ਜਾਂ ਫੈਸਿਲਿਟਿੰਗ ਇੰਸਟੀਟਿਊਸ਼ਨਲ ਸਪੋਰਟ, ਮਤਲਬ ਕਿਸ ਤਰ੍ਹਾਂ ਤੁਹਾਨੂੰ ਕੁਝ ਸਪੋਰਟ ਮਿਲ ਰਹੀ ਹੈ, ਤੁਹਾਨੂੰ ਬਾਹਰੋਂ ਕੁਝ ਐਕਸਟਰਨਲ ਕੁਝ ਮਿਲ ਰਿਹਾ ਹੈ, ਤੁਹਾਨੂੰ ਜੋ ਐਕਸਟਰਨਲ ਫੈਕਟਰਸ ਨੇ ਜੋ ਤੁਹਾਨੂੰ ਹੈਲਪ ਕਰ ਰਹੇ, दैट इज़ द इंड्यूस्ड एंटरप्रेन्योर। नेक्स्ट द आइडिया जनरेटर। दीज काइंड्स ऑफ एंटरप्रेन्योर्स आर हाईली क्रिएटिव पीपल, ठीक है, जो इनोवेटिव आइडियाज़ ਨੂੰ ਦੇਖ ਰਹੇ ਨੇ, ਠੀਕ ਹੈ, ਨਿਊ ਵੈਂਚਰਸ ਨਿਊ ਬਿਜ਼ਨਸ ਨੂੰ ਸੈਟਅਪ ਕਰ ਰਹੇ ਹੈ, दैट इज़ द आइडिया जनरेटर, ठीक है। So next comes the real manager. Who are the real manager? The real managers run the business in a systematic manner, ठीक है। ਉਹ ਕੀ ਕਰਦੇ ਨੇ, ਬਿਜ਼ਨਸ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨਗੇ, ਕੀ ਡਿਮਾਂਡ ਹੈ ਲੋਕਾਂ ਦੇ ਫਿਊਚਰ ਦੀ, ਕੀ ਹੋਏਗੀ, ਓਪਰਚੁਨਿਟੀਜ਼ ਵੀ ਦੇਖਣਗੇ, ਮਤਲਬ दैट मीन्स ਉਹ SWOT एनालिसिस कर रही है, स्ट्रेंथ वीकनेस देखणगे इंटरनली एंड एक्सटर्नली आउटसाइड दी ऑर्गेनाइजेशन इन्वायरमेंट विच उन्होंने किहड़े ओपरचुनिटीज़ के थ्रेट्स मिल रहे हो प्रॉपरली एक प्रॉपर वे नाल प्रॉपरली एनालाइज करनगे, उसके बेसिस उपर की करनगे असैसमेंट करके अपने एक्शंस लैणगे, ठीक है। सो दे आर द रियल मैनेजर। नेक्स्ट कम्स द रियल अचीवर्स। की हुंदे ने द रियल अचीवर्स आर फुल ऑफ लाइफ, दे आर लुकिंग फॉर द अचीवमेंट ऑफ नॉट इवन their own goals but also of people associated with themselves like employees, suppliers and distributors. So real achievers कहते सिर्फ वो person ही है जो अपने बारे सोच रहे, अपने goals ਨੂੰ achieve करना चाहते हैं, ਇਹਦੇ ਨਾਲ ਉਹ ਆਪਣੇ EMPLOYEES ਜੋ ਉਹਨਾਂ ਨਾਲ ਜੁੜੀ ਹੋਈ ਹੈ ਫੈਮਿਲੀ, ਉਹਨਾਂ ਦੇ EMPLOYEES ਹੋ ਗਏ, ਉਹਨਾਂ ਦੇ ਸਪਲਾਇਰਸ ਹੋ ਗਏ, ਡਿਸਟਰੀਬਿਊਟਰਸ ਹੋ ਗਏ, ਉਹ ਸਭ ਦਾ ਸੋਚਦੇ ਹੈ, ਸਭ ਦੇ ਗੋਲਸ ਬਾਰੇ ਸੋਚਦੇ ਹੈ, ਦੇ ਆਰ ਨੋਨ ਐਜ਼ ਦੀ ਰੀਅਲ ਅਚੀਵਰਸ। नेक्स्ट थर्ड आंदा है क्लासिफिकेशन बेस्ड ऑन द टाइप ऑफ बिजनेस, ठीक है। पहला सीगा ओनरशिप, दूसरा पर्सनालिटी ट्रेट्स, थर्ड क्लासिफिकेशन आती है थोड़ी ऑन द टाइप ऑफ बिजनेस। सो फर्स्ट कम्स इंडस्ट्रियल एंटरप्रेन्योर। इंडस्ट्रियल एंटरप्रेन्योर कौन होंदा है? इज़ एन एंटरप्रेन्योर who is into manufacturing of a product, जो manufacture कर रहा है प्रोडक्ट ਨੂੰ। So he identifies the needs and wants of customers and accordingly manufactures products to satisfy these needs and wants, ठीक है। सो उस अकॉर्डिंग वो देखते कि कस्टमर्स की की नीड्स ते वांट्स ने, उस अकॉर्डिंग प्रोडक्ट ਨੂੰ मैन्युफैक्चर करते ताकि ਉਹਨਾਂ ਦੀ नीड्स ते वांट्स ਨੂੰ सैटिस्फाई कर पान। दूसरा आ गया ट्रेडिंग एंटरप्रेन्योर। सो व्हाट आर ट्रेडिंग एंटरप्रेन्योर्स? Trading entrepreneurs is a one who undertakes trading activities, that means buying and selling of goods, ठीक है। होर की वो मैन्युफैक्चरिंग नाल डील नहीं करते, जो इंडस्ट्रियल ने वो मैन्युफैक्चरिंग नाल डील कर रहे हैं, जो ट्रेडिंग है वो सिर्फ गुड्स लैन खरीदना ते बेचना देख रहे, वो मैन्युफैक्चरिंग नाल कंसर्न नहीं रखते। थर्ड आ गया थोड़ा कॉर्पोरेट एंटरप्रेन्योर। सो व्हाट इज कॉर्पोरेट एंटरप्रेन्योर? Corporate entrepreneur is a person who demonstrates his innovative skill in organizing and managing a corporate undertaking, that means which is registered under some statute or act that gives it a separate legal entity. So corporate entrepreneur की होंदा है वो अपनी इनोवेटिव स्किल्स नाल, अपने डिफरेंट न्यू कंसेप्ट्स नाल लेके अपने ऑर्गेनाइजेशन, अपनी एंटरप्रेन्योर, अपनी जो एंटरप्रेन्योरशिप जो बिजनेस चला रहा है, ठीक है, ਉਹਨੂੰ ऑर्गेनाइज करता, ਉਹਨੂੰ प्रॉपरली मैनेज करता, ठीक है। जो बिजनेस होएगा किसी भी लॉ के अंडर या किसी चीज़ के अंडर वो की होएगा रजिस्टर होएगा, जो कि इन्हों एक सैपरेट लीगल एंटिटी, एक सैपरेट बिजनेस शो करता है। नैक्सट एग्रीकल्चर एंटरप्रेन्योर। ये तो नेम नाल क्लीयर ही हो रहा है कि केड़ा एंटरप्रेन्योर है जो पर्सन थोड़ी एग्रीकल्चर एक्टिविटीज़ ना डील करेगा, जिवें कि थोड़ी फार्म इक्विपमेंट्स हो गए, फर्टिलाइजर्स हो गए या कोई होर इनपुट्स एग्रीकल्चर दे, ये सारा आंदा थोड़ा एग्रीकल्चर एंटरप्रेन्योर था। फोर्थ आ गया थोड़ा
classification based on the stages of development. So what is that? First ਇਹਦੇ ਵਿੱਚ ਆਉਂਦਾ first generation entrepreneur. So first generation entrepreneur ਦਾ ਮਤਲਬ ਹੈ a first generation entrepreneur is the one who starts an industrial unit by means of an innovative skill. That means कुछ innovative skill ਉਹਦੇ ਦਿਮਾਗ ਵਿੱਚ ਆ ਰਹੇ, ਉਹਦੇ basis ਦੇ ਉੱਪਰ ਕੀ ਹੈ ਆਪਣਾ business start ਕਰ ਰਿਹਾ. He is essentially an innovator combining different technologies to produce a marketable product or a service. ठीक है, so innovator है, ठीक है, different technologies ਨੂੰ ਜਾਂ marketable ਕੋਈ ਵੀ ਉਹਨੂੰ product ਜਾਂ service ਕਰ ਰਿਹਾ, ਉਹਨੂੰ combine ਕਰਕੇ ਇੱਕ ਅੱਛੀ ਚੀਜ਼, ਇੱਕ innovative ਚੀਜ਼ generate ਕਰ ਰਿਹਾ. ਦੋਸਤੋ आगे modern entrepreneur. So what is modern entrepreneur? A modern entrepreneur is a one who undertakes business to satisfy the contemporary demands of the market. They undertake those ventures which suit the current social culture trends. ठीक है, ਆਪਾਂ फर्स्ट जनरेशन एंटरप्रेन्योर कर लिया कि ਉਹ ਕੀ ਹੁੰਦਾ ਐਸਾ ਪਰਸਨ ਜੋ ਕਿ डिफरेंट ਆਪਣੇ ਇਨੋਵੇਟਿਵ ਆਈਡੀਆਜ਼ ਨੂੰ ਲੈ ਕੇ ਆਪਣੇ ਇਨੋਵੇਟਿਵ ਸਕਿੱਲਸ ਨੂੰ ਦੇਖ ਕੇ ਕੀ ਕਰਦਾ ਹੈ ਆਪਣਾ ਪ੍ਰੋਡਕਟ ਲਾਂਚ ਕਰਦਾ है. नेक्स्ट आ गया था मॉडर्न एंटरप्रेन्योर. मॉडर्न एंटरप्रेन्योर है कि जो पर्सन जो है ऐसा पर्सन जो बिजनेस स्टार्ट कर रहे कंटैंपररी डिमांड्स, दैट मीनस जो प्रिवेलिंग डिमांड्स ने, जो हुण दी प्रेजेंट डिमांड्स नूं देख के, प्रेजेंट अकरिंग डिमांड्स नूं देख के मार्केट दियां ਉਹ ਚੀਜ਼ਾਂ ਨੂੰ ਡਿਵੈਲਪ ਕਰ ਰਿਹਾ, ਉਹਦੇ ਬੇਸਿਸ ਉੱਪਰ ਆਪਣਾ ਬਿਜ਼ਨਸ ਚਲਾ ਰਿਹਾ ਹੈ. ਠੀਕ ਹੈ, ਸੋ ਉਹ ਐਸਾ ਪਰਸਨ ਹੈ ਜੋ ਹੁਣ ਐਕਟੀਵਿਟੀਜ਼ ਜਾਂ ਐਸੀ ਐਕਟੀਵਿਟੀਜ਼ ਪਰਫਾਰਮ ਕਰੇਗਾ ਜੋ ਕਿ ਲੋਕਾਂ ਦੀ ਹੁਣ ਦੀਆਂ ਕਰੰਟ ਦੀਆਂ ਉਹਨਾਂ ਦੀ ਨੀਡਸ, ਉਹਨਾਂ ਟ੍ਰੈਂਡਸ ਨੂੰ ਫੁਲਫਿਲ ਕਰੇਗਾ. ਨੈਕਸਟ क्लासिकल एंटरप्रेन्योर. क्लासिकल एंटरप्रेन्योर की है? A classical entrepreneur, a stereotype entrepreneur, is a one whose aim is to maximize the economic returns at a level consistent with the survival of the firm with or without element. So what they are saying कि classical entrepreneur की होता है? Classical entrepreneur ऐसा person है जो ਉਹਦਾ मेन motive ਕੀ है कि मैं ਇਕਨੋਮਿਕ ਡਿਵੈਲਪਮੈਂਟ ਕਰਨੀ ਹੈ, ਮਤਲਬ ਪੂਰੀ ਇਕੋਨਮੀ ਨੂੰ ਰਿਟਰਨ ਅੱਛਾ ਮਿਲੇ. ਠੀਕ ਹੈ, ਉਹਦੀ ਡਿਵੈਲਪਮੈਂਟ ਹੋਵੇ, ਨਾਲ ਦੇ ਨਾਲ ਉਹਦੀ ਫਰਮ ਵੀ ਸਰਵਾਈਵਲ ਵੀ ਹੋਵੇ ਉਹਦੀ ਆਰਗੇਨਾਈਜੇਸ਼ਨ ਦਾ, ਤੇ ਇਕਨੋਮਿਕ ਡਿਵੈਲਪਮੈਂਟ ਵੀ ਹੋਵੇ. ਨੈਕਸਟ ਕਮਸ ਅਦਰ ਕਲਾਸੀਫਿਕੇਸ਼ਨਸ. ਇਹਦੇ ਅੰਡਰ ਪਹਿਲਾਂ ਆਉਂਦਾ ਹੈ ਇਨੋਵੇਟਿਵ ਐਂਟਰਪ੍ਰੇਨਿਓਰਸ. ਨੇਮ ਤੋਂ ਹੀ ਕਲੀਅਰ ਹੋ ਰਿਹਾ ਹੈ. Innovative entrepreneurs are the forebearers of change in the business. They are full of creative ideas and offer innovate products to the society. So it is because of these innovative entrepreneurs that many important changes occur in our society. So what is innovative entrepreneurs? Can the innovative entrepreneurs ਉਹ ਹੁੰਦੇ ਨੇ ਜੋ ਕਿ बिजनेस में चेंज लेके आना चाहते. ठीक है, वो क्रिएटिव आइडियाज़ डिवेलप कर रहे, इनोवेटिव प्रोडक्ट्स डिवेलप कर रहे सोसाइटी वास्ते. ठीक है, सो वो कह रहे हैं कि ये इन्ना इनोवेटिव एंटरप्रेन्योर्स करके ही है कि साडी सोसाइटी विच बहुत चेंजेस आ रहे. जिवें वो सोचते हैं कि आप बिजनेस किवें होर वधिया तरीके नाल कर सकते हैं, किहड़ी टैक्नोलॉजी आप डिवेलप कर सकते हैं. सो दे आर इनोवेटिव एंटरप्रेन्योर्स. नैक्सट कम्स imitative entrepreneurs. Imitative entrepreneurs किहड़े हुंदे ने? Adapt a successful innovation. They are risk aversive and so they do not try out new ideas or products. But if a new idea is accepted by the market, they imitate the new idea and hence joining the competition. So they are saying कि वो successful innovation ਨੂੰ adapt करते हैं. ठीक है, risk लेना चाहते ने. ठीक है, रिस्क एवर्सिव है, मतलब रिस्क लेना नहीं चाहते. सो वो न्यू आइडियाज़ नहीं डिवेलप, न्यू प्रोडक्ट्स नहीं डिवेलप करते. बट उन्हें लगता है अगर न्यू प्रोडक्ट या न्यू आइडिया मार्केट डिवेलप करेगी तो वो मार्केट विच वो की करते हैं, ज्वाइन करते हैं. ठीक है, वो खुद कल्ला रिस्क लेना नहीं चाहते. अगर लगता कि सारी मार्केट चीज़ डिवेलप हो रही है तो वो चीज़ वो ले लेते हैं. नेक्स्ट कम्स टाइप्स ऑफ एंटरप्रेन्योर्स. नेक्स्ट आ गया थोड़ा फैबियन एंटरप्रेन्योर्स. फैबियन एंटरप्रेन्योर्स किहड़े हुंदे ने? दे आर हाईली कॉशियस एंड सेप्टिक इन देयर अप्रोच. बहुत ध्यान रखते, बहुत ही कॉन्शियस रहते ने. दे आर नॉट रेडली इंटरेस्टेड इन इंट्रोड्यूसिंग एनी चेंज इन द ऑर्गेनाइजेशन and when they do so it is because unless the change they would be out of the market. So they are saying कि फैबियन एंटरप्रेन्योर्स होंदे ने कि जो बिल्कुल बहुत ही कॉन्शियस होंदे ने. ठीक है, कॉन्शियस ने वो कोई भी चेंज लेना नहीं चाहते. ठीक है, इंट्रोड्यूस नहीं करना चाहते ऑर्गेनाइजेशन विच, बिकॉज कहते अगर वो चेंज ले लेंगे मे बी वो आउट ऑफ मार्केट विच सर्वाइव ना कर पान. सो दे आर सेइंग कि जिवें मार्केट चल रही है उस तरह नाल ही वो भी चलते हैं.
Next comes drawn entrepreneurs. So drawn entrepreneurs are not open to creativity and change. ये भी नहीं करते. They do not like changing the working of the organization with the changing times. So they prefer facing losses to introducing changes in their present process, equipments and policies. ठीक है, ये भी changes वगैरह adapt नहीं करते. Next है कि थोड़े women entrepreneurs. So in 1988, for the first time, the definition of women entrepreneurs enterprise was evolved, that the term as SSI unit, industrial related service or business enterprise, managed by one or more women entrepreneurs in proprietary concerns, or in which she or they individually or jointly have a share capital of not less than 51% as company members of a corporate society as a woman enterprise. So they are saying कि 1988 which first time ਇਹ ਚੀਜ਼ਾਂ ਹੋਈਆਂ ਕਿ ਅਸੀਂ ਵੂਮਨ ਐਂਟਰਪ੍ਰੇਨਿਓਰ ਦੀ ਡੈਫੀਨੇਸ਼ਨ ਦਿੱਤੀ. ਠੀਕ ਹੈ, ਸੋ ਵੂਮਨ ਐਂਟਰਪ੍ਰੇਨਿਓਰਸ ਕੌਣ ਹੁੰਦੇ ਨੇ? ਉਹੀ ਕਿ ਉਹ ਪਰਸਨ ਜਾਂ ਜੋ ਵੂਮਨ ਹੈ ਉਹ ਸੋਲੀ ਮਤਲਬ ਇਕੱਲੇ ਜਾਂ ਜੁਆਇੰਟਲੀ ਆਪਣੇ ਬਿਜ਼ਨਸ ਵਿੱਚ ਜਿਨ੍ਹਾਂ ਵਿੱਚ ਸ਼ੇਅਰ ਕੈਪੀਟਲ ਇਕੱਲੇ ਜਾਂ ਜੁਆਇੰਟਲੀ ਲੈਸ ਦੈਨ 51% ਕੰਪਨੀ ਵਿੱਚ ਜਾਂ ਮੈਂਬਰਸ ਆਫ ਕੋਆਪਰੇਟਿਵ ਸੁਸਾਇਟੀ ਵਿੱਚ ਇਸ ਤੋਂ ਘੱਟ ਉਹਨਾਂ ਦਾ ਸ਼ੇਅਰ नहीं होएगा. दैट इज़ अ वूमन एंटरप्रेन्योर्स. दैट मीन्स कि वूमन और बिजनेस ਨੂੰ ਚਲਾ ਰਹੇ ਹੈ. ਨੈਕਸਟ ਹੈ ਕੋਪ੍ਰੇਨਿਓਰਸ. दैट मीन्स ਜਦੋਂ both husband ਤੇ wife together start and run a business venture ਉਹਨੂੰ ਆਪਾਂ ਕੋਪ੍ਰੇਨਿਓਰਸ ਕਹਿੰਦੇ ਜਦੋਂ ਹਸਬੈਂਡ ਵਾਈਫ ਦੋਨੋਂ ਆਪਣਾ ਇਕੱਠੇ ਬਿਜ਼ਨਸ ਚਲਾਉਂਦੇ. ਠੀਕ ਹੈ, ਦਾਇਆ ਕੋਪ੍ਰੇਨਿਓਰਸ. ਨੈਕਸਟ ਕਮਸ ਐਂਟਰਪ੍ਰੇਨਿਓਰ ਮੋਡਲਸ. ਕਿਹੜੇ ਕਿਹੜੇ ਮੋਡਲਸ ਨੇ? ਪਹਿਲਾ ਆਉਂਦਾ ਤੁਹਾਡਾ ਓਪਰਚੂਨਿਸਟ ਮੋਡਲ. So the opportunist model works well only in trusting the corporate cultures that are open to experimentation and have diverse social networks behind the official hierarchy. In other words, places where multiple executives can say yes. So opportunist model की है एक उत्थे काम करेगा जिथे trusting corporate cultures जो कि experimentation ਉਹਦੇ ਵਾਸਤੇ ਓਪਨ ਹੈ. ਠੀਕ ਹੈ, ਜਿਹਨੂੰ ਉਹ ਚੇਂਜਿਸ ਇੱਕ ਤਰ੍ਹਾਂ ਅਡੈਪਟ ਕਰੇ, ਇੱਕ ਉਹਨਾਂ ਨੂੰ ਓਪਰਚੁਨਿਟੀ ਮਿਲ ਰਹੀ ਹੈ, ਉਸ ਚੀਜ਼ ਤੋਂ ਫਾਇਦਾ ਲੈ ਰਹੇ. ਦੈਟ ਇਜ਼ ਓਪਰਚੁਨਿਸਟ ਮੋਡਲ. ਨੈਕਸਟ ਹੈ ਤੁਹਾਡਾ ਅਨੇਬਲਰ ਮੋਡਲ. ਸੋ ਬੇਸਿਕ ਪ੍ਰੀਮਿਸ ਆਫ ਦ ਅਨੇਬਲਰ ਮੋਡਲ ਇਜ਼ ਦੈਟ employees across an organization will be willing to develop new concept if they are given adequate support. enabler ਕੀ ਕਹਿ ਰਹੇ? ਕਹਿੰਦੇ ਇਹ ਕੀ ਕਹਿੰਦਾ ਕਿ employees organization ਵਿੱਚ ਠੀਕ ਹੈ ਉਹ ਵਿਲਿੰਗ ਨੇ. ਠੀਕ ਹੈ, ਉਹ ਅੰਦਰੋਂ ਮਨ ਹੈ ਉਹਨਾਂ ਦਾ ਕਰਨ ਦਾ. ਕਦੋਂ ਨਿਊ ਕਨਸੈਪਟਸ ਕਦੋਂ ਡਿਵੈਲਪ ਕਰਨਗੇ? ਜਦੋਂ ਉਹਨਾਂ ਨੂੰ ਪ੍ਰੋਪਰ ਤੇ ਐਡਿਕੁਏਟ ਸਪੋਰਟ ਮਿਲੇਗੀ. ਦੈਟ ਇਜ਼ ਦ ਅਨੇਬਲਰ ਮੋਡਲ. In the most evolved versions of the enabler model, companies provide the following clear criteria for selecting which opportunities to pursue. ठीक है, ਉਹ ਦੱਸਦੇ ਕਿ ਕਿਹੜੀ ਕੀ ਸਾਨੂੰ opportunities ਲੈਣੀਆਂ ਚਾਹੀਦੀਆਂ ਨੇ. ਠੀਕ ਹੈ, एप्लीकेशन गाइडलाइंस फॉर फंडिंग, डिसीजन मेकिंग, ट्रांसपेरेंसी. मतलब ਆਪਾਂ ਜੋ ਵੀ डिसीजन ਲੈ ਰਹੇ ਹਾਂ ਉਹ ਆਪਾਂ ट्रांसपेरेंट रखिए, बिल्कुल क्लियर रखिए. बोथ रिक्रूटमेंट एंड रिटेंशन ऑफ एंटरप्रेन्योर माइंडेड एम्प्लॉयज एंड परहैप्स अबव ऑल एक्टिव सपोर्ट फ्रॉम सीनियर मैनेजमेंट. दैट मीनस कि ये सानू अगर तुहानू अपॉर्चुनिटीज़ मिल रही ने, अगर तुहानू ये सब चीज़ां सब तो सपोर्ट मिल रही है, दैट इज़ अनेबलर मॉडल. ठीक है, तुहानू सीनियर मैनेजमेंट द प्रॉपर सपोर्ट मिले या हर चीज़ आप ट्रांसपेरेंट करिए, कोई चीज़ इसको हाइड ना करिए, ट्रांसपेरेंसी रखिए बिल्कुल. दैट इज़ योर अनेबलर मॉडल. नेक्स्ट कम्स एडवोकेट मॉडल. सो इन एडवोकेट मॉडल अ कंपनी assigns organizational ownership for the creation of a new business while intentionally providing only modest budgets to the core groups. So advocate organization act as a evangelist and innovative experts facilitating corporate entrepreneurship in conjunction with the business unit. So what they are saying कि advocate model जो की ਹੁੰਦਾ है कि ਇਹਦੇ ਵਿੱਚ ਕੰਪਨੀ ਜੋ ਕਰਦੀ ਹੈ ਕਿ ਆਰਗੇਨਾਈਜੇਸ਼ਨ ਦੀ ਓਨਰਸ਼ਿਪ ਠੀਕ ਹੈ ਆਪਾਂ ਕਿਸੇ ਹੋਰ ਪਰਸਨ ਨੂੰ ਦੇ ਦਿੰਦੇ ਆ. ਠੀਕ ਹੈ, दैट मीन्स ਉਹ ਪਰਸਨ ਖੁਦ ਕੀ करे इनोवेशन ले या अपना अंदरों कहे कि हाँ प्रॉपर अटेंशन देवे कि हाँ ये चीज़ मैं करनी. दैट इज़ जो एडवोकेट मॉडल जो कंपनी साइन कर दी ऑर्गेनाइजेशन ओनरशिप ताकि आप न्यू बिजनेस अच्छा लेके आ सके या आप कुछ अच्छी चीज़ कोई इंपॉर्टेंट चीज़ कोई कोर चीज़ इंपॉर्टेंट चीज़ आप वो चीज़ इनोवेशन कर पाइए आप बस एक्सपर्ट बना पाइए. दैट इज़ जो एडवोकेट मॉडल.
as with the enabler and educate models and objective is to encourage later entrepreneurs ठीक है दोनों ਦਾ objective ਕੀ ਆਪਾਂ ਵੱਧ ਤੋਂ ਵੱਧ person ਨੂੰ ਨਵੇਂ entrepreneurs ਆਪਾਂ build up ਕਰੀਏ ठीक है so that is the main aim of the both the models but the producer model also aims to protect emerging projects from tough battles encourage cross-unit collaborations build potentially disruptive businesses and create pathways for executives to pursue career outside the business unit so ਕਹਿੰਦੇ ਜੋ producer model ਹੈ ਉਹ ਕੀ ਕਰ ਰਿਹਾ ਕਿ ਆਪਾਂ emerging ਜੋ projects ਆ ਰਹੇ ਉਹਨਾਂ ਨੂੰ ਆਪਾਂ ਦੂਸਰੇ EMPLOYEES ਨੂੰ encourage ਕਰ ਰਹੇ ਹਾਂ ਕਿ business ਦੇ ਨਾਲ ਨਾਲ ਉਹ ਬਾਹਰ ਦੇ units ਵੀ ਦੂਸਰੇ units ਨੂੰ ਵੀ ਸਿੱਖ ਪਾਣ ਅਗਰ ਇੱਥੋਂ ਕੁਝ ਸਿੱਖਣਗੇ ਤਾਂ ਬਾਹਰ ਦੀ units ਨੂੰ ਵੀ ਕੀ ਕਰ ਸਕਦੇ ਨੇ ਬਾਹਰ ਦੇ projects ਨੂੰ ਵੀ properly handle ਕਰ ਸਕਦੇ next comes प्रॉब्लम जो इंडिया के एंटरप्रेन्योर्स उन्होंने की प्रॉब्लम फेस करनी पैंदी पहली चीज़ टू फॉलो मार्केटिंग टेक्निक्स ठीक है मतलब मार्केटिंग की जो टेक्निक्स में फॉलो करन कि कस्टमर की चाह रहा है सानू उस अकॉर्डिंग बिजनेस चलाना पैंदा है ठीक है नेक्स्ट टू अंडरस्टैंड टैकल एंड सर्वाइव द एरा ऑफ ग्लोबलाइजेशन ठीक है वी नो कि ग्लोबलाइजेशन हो रही है ठीक है ऑल ओवर द वर्ल्ड बिजनेस चल रहा है ग्लोबली चल रहा है ठीक उत्थे जो सर्वाइव करने वास्ते उन्होंने हर चीज़ समझनी चाहिए है समझनी पैंदी है तो उन्होंने टैकल करना पैंदा है टू इंप्रूव प्रोडक्शन प्रोसैस ठीक है क्वालिटी गुड्स करें या प्रोडक्शन प्रोसैस नू समझन तां ही उन्होंने बिजनेस चलेगा बिकॉज वी नो कंपीटीटर्स मार्केट में बहुत ज़्यादा एंटर हो चुके हैं ठीक है विदाउट ਆਪਾਂ इनोवेशन विदाउट इफेक्टिव साड़ी मार्केटिंग के बिना साढ़े कंज्यूमर्स साढ़े जो कस्टमर्स ने वो रिटेन आप नहीं कर सकते टू टेक ऑप्टिमम एडवांटेज ऑफ बिजनेस अपॉर्चुनिटीज़ ठीक है कहते वी नो कि लिबरलाइजेशन हो गई है लाइसेंसिंग सिस्टम खत्म हो गया ठीक है इन्हें सानू लाइसेंस वगैरह लेने पैंदे सो इन दैट केस आप उस चीज़ का एडवांटेज ले पाइए नैक्सट टू रिप्लेस ऑबवियसली सानू टैक्नोलॉजी चेंज करनी पैंदी ठीक है ये भी प्रॉब्लम है कि सानू फिर वास्ते फंड भी चाहिए दैट मीनस टू रिप्लेस द आउटडेटेड टेक्नोलॉजी विद द इंप्रूव्ड मॉडर्न टेक्नोलॉजी नेक्स्ट टू रिप्लेस we have already discussed next to motivate and properly manage needs and expectations of women and young managers that make an Indian workforce so we have to make कि आज the youngsters या women entrepreneurs ਨੂੰ ਆਪਾਂ properly manage करके motivate करना ਉਹਨਾਂ needs ਨੂੰ देखना है because ਉਹੀ जो है ਤੁਹਾਡੀ ਇੱਕ Indian workforce complete team build up कर देना ठीक है young managers youngsters ਨੂੰ ਆਪਾਂ ਅਗਰ ਆਪਾਂ ਉਹਨਾਂ ਦੀ ਪ੍ਰੋਪਰਲੀ ਮੋਟੀਵੇਟ ਕਰਾਂਗੇ ਠੀਕ ਹੈ ਉਹੀ ਤੁਹਾਡੇ ਕਸਟਮਰਸ ਨੇ ਉਹੀ ਤੁਹਾਡੀ ਟੀਮ ਨੇ ਉਹੀ ਤੁਹਾਡੀ ਫੈਮਿਲੀ ਬਣ ਜਾਂਦਾ ਨੇ ਠੀਕ ਹੈ ਸੋ ਵੀ ਨੀਡ ਟੂ ਅੰਡਰਸਟੈਂਡ ਦੇ ਨੀਡਸ ਐਂਡ ਵਾਂਟਸ ਨੈਕਸਟ ਟੂ ਪ੍ਰੋਫੈਸ਼ਨਲੀ ਮੈਨੇਜ ਦ ਬਿਜ਼ਨਸ ਐਕਟੀਵਿਟੀਜ਼ ਆਫ ਦ ਬਿਜ਼ਨਸ ਠੀਕ ਹੈ ਵੀ ਹੈਵ ਟੂ ਪ੍ਰੋਪਰਲੀ ਮੈਨੇਜ all the activities ठीक है फाइनेंस एक्टिविटीज़ जो होंगे उन्हें प्रॉपरली सानू मैनेज करना पड़ेगा टू बैलेंस प्रॉफिट अर्निंग कैपेसिटी एंड सोशल वेलफेयर एक्टिविटीज़ ठीक है सो वी नीड टू ठीक है साढ़े को अच्छा प्रॉफिट भी होवे ते नालों नाल साडी सोशल वेलफेयर एक्टिविटीज़ भी नाल नाल होनी चाहिए सो दैट इज़ कि आपां सोसाइटी वास्ते भी कुछ ना कुछ करिए ते अपनी अर्निंग कैपेसिटी भी रखिए सो दैट इज़ ऑल अबाउट कि ਅਸੀਂ अर्निंग कैपेसिटी भी अपनी ਵੱਧ ਤੋਂ ਵੱਧ गेन करनी है ਤੇ सोशल वेलफेयर एक्टिविटीज़ भी बनानी है सो दिस इज़ ऑल अबाउट दिस चैप्टर कि ਤੁਹਾਡੇ मॉडल्स ਤੇ क्लासिफिकेशन की है एंटरप्रेन्योर्स दी थैंक यू